ਬੌਸ ਤੁਸੀਂ ਵੀ ਅੱਡੇ ਵਾਲੇ ਹੋ? ਕਿਹੜਾ ਅੱਡਾ ਹੈ? ਸਕਾਈਵੇ ਕਾਰਗੋ ਹੈ। ਹਾਂਜੀ, ਸਕਾਈਵੇਜ਼ ਕਾਰਗੋ। ਹਾਈਵੇਜ਼ ਦਾ ਕਾਰਗੋ ਹੈ। ਅੱਛਾ ਸਰ ਜੀ, ਅਸੀਂ ਇਹ ਪ੍ਰੋਗਰਾਮ ਕਰਨ ਦੇ ਆ ਜਿਹੜੇ ਕਿਰਾਏ ਫੇਰ ਵਧੇ ਨੇ ਉਹਨਾਂ ਦੇ ਉੱਤੇ, ਤੇ ਦੱਸੋ ਕਿ ਗਰੀਬ ਆਦਮੀ ਜਿਹੜਾ ਉਹ ਪਹਿਲਾਂ ਹੀ ਬੜਾ ਪਰੇਸ਼ਾਨ ਹੈ, ਔਰ ਆਏ ਰੋਜ਼ ਫੇਰ ਉਹਨੂੰ ਜਦੋਂ ਕਿਰਾਏ ਵੱਧਦੇ ਨੇ ਉਹਦੇ ਲਈ ਕੌਣ ਆਸਾਨੀ ਪੈਦਾ ਕਰੇਗਾ? ਇਸ ਮਾਫੀਆ ਨੂੰ ਕੰਟਰੋਲ ਕੌਣ ਕਰੇਗਾ? ਸਰ ਉਹਦੇ ਜ਼ਿੰਮੇਦਾਰ ਤੇ ਅਸੀਂ ਹੈ। ਅੱਛਾ, ਉਹ ਕਿਵੇਂ ਸਰ? ਅਸੀਂ ਚੁੱਕ ਕੇ ਬਿਠਾਉਂਦੇ ਹਾਂ ਨਾ ਕੁਰਸੀਆਂ ਤੇ, ਹੂੰ, ਕੋਈ ਹੋਰ ਤੇ ਨਹੀਂ ਬਿਠਾਉਂਦਾ। ਠੀਕ। ਤੇ ਉਹਦਾ ਜ਼ਿੰਮੇਦਾਰ ਕੌਣ ਹੈ? ਹੂੰ, ਅਵਾਮੀ ਹੋਈ ਨਾ। ਠੀਕ ਹੈ। ਤੇ ਇਹਨੂੰ ਹੁਣ ਹੱਲ ਕੀ ਕਰੀਏ? ਬੇਇੱਜ਼ਤੀ ਵੀ ਤੇ ਆਵਾਮ ਪਈ ਹੈ ਨਾ, ਪਰੇਸ਼ਾਨ ਵੀ ਤੇ ਆਵਾਮ ਹੀ ਹੈ। ਭੈਣ ਅਵਾਮ ਹੀ ਤੇ ਪਰੇਸ਼ਾਨ ਹੈ ਨਾ, ਪਰ ਪਰੇਸ਼ਾਨੀ ਸਿਰਫ ਇਹਦੀ ਵਜ੍ਹਾ ਤੇ ਸਿਰਫ ਇਹ ਜੇ ਕਿ ਇਹਨਾਂ 'ਚ ਇਤਫਾਕ ਕੋਈ ਨਹੀਂ, ਸਾਡੇ 'ਚ ਇਤਫਾਕ ਕੋਈ ਨਹੀਂ। ਅਗਰ ਇੱਕ ਬੰਦਾ ਉੱਠਦਾ ਉਹਨੂੰ ਛਿੱਤਰ ਮਾਰ ਕੇ ਬਾਅਦ ਵਿੱਚ ਬੈਠਾ ਹੋਏ। ਤੇ ਕਿਦੋਂ ਉੱਠਿਆ? ਕਿਹੜਾ ਬੰਦਾ ਉੱਠਿਆ? ਮੈਨੂੰ ਇੱਕ ਮੇਰੀ ਗੱਲ ਸਮਝ ਰਹੇ ਹੋ? ਮੈਂ ਕਿਹਾ ਆਸਾਨੀ ਪੈਦਾ ਕਰੀਏ ਨਾ। ਕੋਈ ਵੀ ਨਹੀਂ ਉੱਠ ਰਿਹਾ। ਹਾਂ, ਮੈਂ ਚਲੋ ਇਹ ਇਨੀਸ਼ੀਏਟਿਵ ਲੈ ਲਿਆ, ਮੈਂ ਖਲੋ ਗਿਆ ਇਸ ਚੀਜ਼ ਪਾਕਿਸਤਾਨ ਨੂੰ ਬਣੇ ਕਿੰਨਾ ਅਰਸਾ ਹੋ ਗਿਆ? 77 ਸਾਲ। ਹਾਂ, ਕਿਹੜਾ ਉੱਠਿਆ ਜੇ? ਹਾਂ, ਜਿਹੜਾ ਉੱਠਦਾ ਉਹਨੂੰ ਚਪੇੜ ਮਾਰਦੇ ਨੇ, ਥੱਲੇ ਬਾਹਲਾ ਦਿੰਦੇ ਨੇ, ਜਾਂ ਉਹਨੂੰ ਚੁੱਕ ਕੇ ਮਾਰਦੇ ਨੇ ਬਾਹਰ। ਹਾਂ। ਉਹ ਸਰ ਜੀ ਮੈਂ ਉਹ ਕਹਿ ਰਿਹਾ, ਕੌਣ ਹੈ ਮੁਲਕ ਵਾਸਤੇ? ਮੈਨੂੰ ਇਹ ਤਾਂ ਦੱਸੋ ਯਾਰ। ਬਾਕੀ ਤਾਂ ਆਵਾਮ ਨੂੰ ਛੱਡੋ, ਤੁਸੀਂ ਗੋਲੀ ਮਾਰੋ ਆਵਾਮ। ਚਲੋ ਮੈਂ ਤੁਸੀਂ ਮੁਖਲਸ ਹੋ ਜਾਂਦੇ ਆ, ਹੋਰ ਕੋਈ ਨਾ। ਕਿਸ ਤਰ੍ਹਾਂ ਹੋ ਸਕਦੇ ਹੋ? ਮੈਨੂੰ ਇਹੋ ਹੀ ਆਪਣੀ ਜ਼ਿੰਮੇਵਾਰੀ ਮੈਂ ਪੂਰੀ ਕਰਨ ਡਿਆ, ਸੱਚ ਵਹਾ ਕੇ ਜੋ ਸੂਰਤ ਹਾਲ ਨਜ਼ਰ ਆ ਰਹੀ ਹੈ। ਸੱਚ ਬੋਲ ਰਿਹਾ। ਨਹੀਂ ਤਾਂ ਤੁਸੀਂ ਦੱਸਣਾ ਜੇ ਤੁਸੀਂ ਸੱਚੇ ਸਰ ਕਿਹੜਾ ਮਹਿਕਮਾ ਸੱਚਾ ਹੈ? ਮੈਨੂੰ ਇਹ ਤਾਂ ਦੱਸੋ। ਕਿਹੜਾ ਇਨਸਾਨ ਸੱਚਾ ਹੈ? ਜੇ ਮੈਨੂੰ ਸਿਰਫ ਇਹ ਦੱਸੋ। ਤੁਸੀਂ ਸੱਚੇ ਮੈਂ ਖੁਦ ਨਹੀਂ ਸੱਚਾ। ਸੱਚ ਬੋਲਣਾ ਨਹੀਂ ਫਿਰ। ਸਾਰੇ ਗੱਲ ਸਿਰਫ ਹੈ ਕਿ ਆਪਣੇ ਆਪ ਤੇ ਇਤਮਾਦ ਕੋਈ ਨਹੀਂ ਸਾਨੂੰ। ਇਹ ਕਿਵੇਂ ਪੈਦਾ ਹੋਇਆ? ਇਹਦੇ ਅੱਲਾ ਹੀ ਦੇਗਾ, ਬਾਕੀ ਤੇ ਹੋਰ ਕੋਈ ਚੱਕਰ ਹੀ ਕੋਈ ਨਹੀਂ। ਬਿਹਤਰ ਨਹੀਂ ਹੋਣਾ ਸੀ? ਅਸੀਂ ਬਿਹਤਰ ਜਾਣਾ ਨਹੀਂ। ਭਾਈ ਨੂੰ ਉਧਰ ਜਾਂਦੇ ਹੀ ਕੋਈ ਨਹੀਂ ਨਾ। ਉਹ ਕਿਵੇਂ ਜਾਈਏ? ਕਿਹਨੂੰ ਲਾਓਗੇ ਅੱਗੇ? ਇਹ ਅਸੀਂ ਸਾਨੂੰ ਤੁਸੀਂ ਸਾਡੇ ਵੱਡੇ ਹੋ, ਅਸੀਂ ਤੁਹਾਡੇ ਕੋਲ ਸਿੱਖਣਾ ਹੈ। ਸਾਨੂੰ ਦੱਸੋ ਅਸੀਂ ਉਸ ਰਸਤੇ ਤੇ ਤੁਰੀਏ। ਚਲੋ ਮੈਂ ਪਹਿਲਾ ਕਦਮ ਚੁੱਕਣਾ, ਤੁਸੀਂ ਚੁੱਕੋਗੇ ਨਾਲ? ਮੈਂ ਚੁੱਕਾਂਗਾ। ਇੱਕ ਚੁੱਕੋਗੇ, ਦੋ ਚੁੱਕੋਗੇ, ਯਾਰ ਰੋਟੀ ਨਹੀਂ ਪੂਰੀ ਹੋਣ ਡਈ, ਚੱਲ ਦਫਾ ਕਰ। ਉਹ ਇਹੋ ਹੀ ਕਹਿਣਾ, ਫਿਰ ਹੁਣ ਕੀ ਕਰੀਏ? ਇਹਨੂੰ ਛੱਡ ਅੱਲਾ ਹੀ ਦਈਏ ਤੇ ਹਾਲਤ ਛੱਡ ਦਈਏ? ਉਹ ਬਿਹਤਰ ਜਾਣਦਾ ਹੁਣ। ਨਹੀਂ, ਜਿੰਨਾ ਮਰਜ਼ੀ ਕਿਰਾਇਆ ਲਈ ਜਾਣ। ਸਰ ਪੈਟਰੋਲ ਕਿੱਥੇ ਗਿਆ ਜੇ? ਵੱਧ ਗਿਆ। ਕਿਉਂ? ਉਹ ਪਿੱਛੋਂ ਬੈਨਰ ਕਾਮੀ ਤੋਂ ਤੇ ਕਹਿੰਦੇ ਜੰਗ ਲੱਗ ਗਈ ਨਾ ਉਹਦੇ ਯਾਰ ਨਾਲ। ਕਿਹੜਾ ਮੈਨੂੰ ਦੱਸੋ ਤਾਂ ਸਹੀ। ਹਾਂ, ਉਹ ਅੱਗੇ ਤੇ ਨਹੀਂ ਵਧਿਆ। ਹਾਂ, ਪਿੱਛੇ ਜਿਹੜੀ ਇਹ ਤੁਸੀਂ ਬੈਨ ਅਲ-ਅਕਵਾਮੀ ਦੀ ਗੱਲ ਕਰ ਰਹੇ ਹੋ, ਉੱਥੇ ਤੇ ਨਹੀਂ ਵਧਿਆ। ਹਾਂ। ਉੱਥੇ ਤਾਂ ਉਹੀ ਰੇਟ ਹੈ। ਅੱਛਾ, ਉੱਥੇ ਉਹੀ ਰੇਟ ਹੈ। ਹਾਂਜੀ, ਇੱਥੇ ਕੀ ਹੈ? ਹਾਂ। ਦੱਸੋ ਮੈਨੂੰ। ਇੱਥੇ ਕੱਢ ਨਹੀਂ ਸਕਦੇ ਤੁਸੀਂ। ਮਾਫੀਆ ਕੌਣ ਹੈ? ਤੁਹਾਡੇ ਸਾਹਮਣੇ ਹੀ ਯਾਰ। ਇਹ ਸਾਰਾ ਕੁਝ ਕਰਾਂਦੀ ਹੈ। ਇਹ ਬੰਦਿਆਂ ਨੂੰ ਵੀ ਲੈਣ ਦੇ ਲਵਾ ਲੈ। ਨਹੀਂ ਤੇ ਪੁੱਛਣ ਨਹੀਂ ਆਉਂਦਾ ਕੋਈ ਜਿਹੜੇ ਅਦਾਰੇ ਨੇ ਡੀ ਅੱਜ ਕੱਲ ਭੈਣ ਉਹ ਦੌਰ ਚੱਲਿਆ, ਕਿਸੇ ਜ਼ਮਾਨੇ 'ਚ ਸੁਣਿਆ ਸੀ ਇੱਕ ਬਾਦਸ਼ਾਹ ਸੀ, ਆਵਾਮ ਬੋਲ ਹੀ ਨਹੀਂ ਰਹੀ ਸੀ ਯਾਰ ਕੀ ਹੈ ਕੀ ਨਹੀਂ ਹੈ, ਨਾ ਜ਼ਿੰਦਾਬਾਦ ਨਾ ਮੁਰਦਾਬਾਦ। ਉਹ ਕਹਿੰਦਾ ਯਾਰ ਬੇਹਿੱਸ ਹੋ ਗਏ ਲੋਕ, ਪਤਾ ਕਰੋ। ਹਾਂ, ਕਿਸੇ ਨੇ ਪੁੱਛ ਕੇ ਕੁਛ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਅੱਛਾ, ਇਹਦਾ ਹੱਲ ਵਜ਼ੀਰਾਂ ਨੂੰ ਇਕੱਠਾ ਕਰਿਆ। ਉਹਨੇ ਕਿਹਾ ਜੀ ਸਵੇਰ ਨੂੰ ਜਦੋਂ ਇਹ ਕੰਮ ਤੇ ਜਾਣ ਚਪੇੜਾ ਮਾਰੋ, 5 ਚਪੇੜਾ ਮਾਰ ਦਿਓ। ਕਹ ਠੀਕ। ਕਹ ਫਿਰ ਤੇ ਬੋਲਣਗੇ, ਮੁਰਦਾਬਾਦ ਤੇ ਕਹਿਣਗੇ ਨਾ। ਉਹਨਾਂ ਨੇ ਉਹੀ ਕਰਿਆ। ਆਵਾਮ ਇਕੱਠੀ ਹੋ ਗਈ, ਰੌਲਾ ਪਾਤਾ। ਬਾਦਸ਼ਾਹ ਬਾਹਰ ਆਇਆ, ਕਹੇ ਕੀ ਵਜ੍ਹਾ? ਕਹ ਜੀ ਬੰਦੇ ਬਤਾਓ ਆਪਣੇ। ਸਾਡਾ ਉਹ ਹਾਲ ਹੋ ਚੁੱਕਿਆ ਜੀ। ਭਾਈ ਸਿੱਧੇ ਨਹੀਂ ਹੋਣਾ, ਛਿੱਤਰ ਮਾਰੀ ਜਾਓ ਤੇ ਬਸ ਉਹਨੇ ਕਹਾ 10 ਬੰਦੇ ਵਧਾ ਯਾਰ, 2 ਹੋਰ ਮਾਰ। ਠੀਕ ਹੋ ਸੋਚਦਾ ਲੱਗਦੀ ਹੋਈ। ਠੀਕ ਹੈ ਬਜ਼ੁਰਗੋ, ਤੁਸੀਂ ਕੀ ਕਹਿੰਦੇ ਹੋ? ਕਿਹਨੂੰ ਕੰਟਰੋਲ ਕਰੋਗੇ? ਉਹ ਕਹਿੰਦੇ ਨੇ ਜੀ ਅਸੀਂ ਆਪ ਹੀ ਗਲਤਾਂ ਤੇ ਬਹਰਹਾਲ ਜੋ ਵੀ ਕਹਿ ਰਹੇ ਬਜ਼ੁਰਗ ਸਹੀ ਕਹਿ ਰਹੇ ਨੇ। ਅੱਛਾ। ਹਾਂ, ਬਜ਼ੁਰਗਾਂ ਤੋਂ ਵੱਡਾ ਕਿਹੜਾ ਬਿਆਨ ਦੇ ਸਕਦਾ? ਹਾਂ, ਹੁਣ ਬਿਹਤਰੀ ਦੀ ਉਮੀਦ ਕਿਤੇ ਬਿਹਤਰੀ ਦੀ ਜੋ ਅੱਲਾ ਕਰੇ। ਅੱਲਾ ਕੋਲ ਹੀ ਹੈ ਅੱਲਾ ਕੋਲ ਹੀ ਇਹ ਸਾਰਾ ਕੁਝ ਹੋਰ ਕੀ। ਇਹ ਕਿਰਾਏ ਜਿਹੜੇ ਵਾਧੇ ਨੇ ਇਹਨਾਂ ਦਾ ਯਾਰ ਉਹ ਦੱਸਿਆ ਕਿ ਸਾਰਾ ਕੋਈ ਗੱਲ ਨਾ ਕਰੇ। ਗੱਲ ਕਰੇ ਜਦੋਂ ਤੇਲ ਵੱਧਦੇ ਨੇ ਕਿਰਾਏ ਵੀ ਵਧਾ ਦਿੰਦੇ ਨੇ। ਰੇਟ ਹੀ ਇੰਨਾ ਹੋ ਪੈਟਰੋਲ ਹੀ ਵਧਾ ਨਹੀਂ ਵਾਧਾ ਕਿਰਾਇਆ ਜਦੋਂ ਉਦੋਂ ਵੀ ਵੱਧ ਜਾਂਦੇ ਨੇ, ਹਰ ਵਾਰੀ ਈਦ ਤੇ ਕਿਰਾਇਆ ਤਾਂ ਵੱਧ ਜਾਂਦਾ। ਈਦ ਤੇ ਲੈਂਦੇ ਹੀ ਨਹੀਂ ਉਹ ਪੂਰਾ ਪਹਿਲੇ ਸਿਸਟਮ ਖਤਮ ਹੋ ਗਏ ਨੇ। ਖਤਮ ਹੋ ਗਏ ਨੇ ਉਹ ਬੜੀਆਂ ਹਾਂਜੀ, ਸਸਤੀਆਂ। ਹੁਣ ਜਿਹੜਾ ਪੈਟਰੋਲ ਦਾ ਰੇਟ ਵਧਿਆ ਨਾ, ਉਹਦੀ ਵੇਖ ਤੋਂ ਕਿਰਾਏ ਵਧੇ ਨੇ। 60 ਰੁਪਏ ਰੇਟ ਵੱਧ ਗਿਆ ਪੈਟਰੋਲ ਦਾ। ਥੋੜਾ ਇਹਨਾਂ ਨੇ ਕਿੱਥੋਂ ਪਵਾਉਣਾ? ਕਿਉਂ? ਨਹੀਂ ਤੁਹਾਨੂੰ ਨਹੀਂ ਲੱਗਦਾ ਮੇਰੇ ਤੁਹਾਡੇ ਵਰਗੇ ਗਰੀਬ ਆਦਮੀ ਕਈ ਜਿਹੜੇ ਦੂਰ ਦਰਾਜ਼ ਦੇ ਕਈ ਮੁਸ਼ਕਲਾਂ ਆਦੇ ਅਸੀਂ ਵੀ ਗਰੀਬ ਹੀ ਆ, ਅਸੀਂ ਕਿਹੜੇ ਅਮੀਰ। ਕੋਈ ਕਹਿਣ ਡਿਆ ਜਿਹੜਾ ਪਰਦੇਸੀ ਵਿਚਾਰਾ ਆਇਆ ਇੱਥੇ ਰਹਿ ਜਾਏਗਾ। ਇਹ ਤਾਂ ਗੌਰਮੈਂਟ ਨੂੰ ਚਾਹੀਦਾ ਸੋਚਣਾ ਉਹਨਾਂ ਦੇ ਬਾਰੇ 'ਚ। ਉਹ ਕਹਿੰਦੇ ਅਸੀਂ ਜਗ੍ਹਾ ਜਗ੍ਹਾ ਤੇ ਡਿਪਾਰਟਮੈਂਟ ਬਣਾਏ ਨੇ, ਫੋਨ ਕਰੋ ਨੰਬਰ 1072 ਉਹ ਦੁਕਾਨ ਕਰੋ। ਅੱਛਾ, ਹੁਣ ਗੌਰਮੈਂਟ ਤੇਲ ਦਾ ਰੇਟ ਵਧਾਈ ਜਾਏ ਤਾਂ ਕਿਰਾਇਆ ਨਾ ਵਧੇ। ਹਾਂ, ਕਿਰਾਇਆ ਉੱਥੇ ਹੀ ਰਹੇ। ਮਹਿੰਗਾਈ ਵੱਧ ਜਾਵੇ, ਕਿਰਾਇਆ ਉੱਥੇ ਹੀ ਰਵੇ। ਅਜੀਬ ਹੈ ਤੇ ਅਜੀਬ ਗੱਲ ਹੈ ਨਾ।
ਇਹ ਹੁਣ ਪੈਟਰੋਲ ਦੇ ਰੇਟ ਨਾਲ ਹੋਰ ਚੀਜ਼ਾਂ नहीं ਵਧਣੀ है। नाज़रीन, आप सुन रहे हैं अवामी रद्द-ए-अमल। वो कहते हैं कि हर चीज़ के अंदर हुकूमत की इन्वॉल्वमेंट है और 110% जब तक हुकूमत ना चाहे तो इसके अंदर कोई आसानी जो है वो नहीं आ सकती और कोई रिलीफ नहीं मिल सकता। देखिए, पेट्रोल अगर महंगा होता है तो उसका डायरेक्ट इम्पैक्ट जो है वो किराए के ऊपर पड़ता है और किराए बढ़ते हैं। उनका ये कहना है कि अगर महंगाई आए रोज़ बढ़ती जाएगी, पेट्रोल महंगा होता रहेगा और किराया आप कहें कि उन्हीं निर्खों के ऊपर जो पहले चल रहा था उसको बरकरार रखा जाए, तो ऐसा मुमकिन नहीं है। आप एक तरफ से अगर एक चीज़ को देख रहे हैं कि वहाँ पर एक तबका जो है उसको उसके लिए आसानी की बात कर रहे हैं, तो दूसरे तबके के लिए भी आप आवाज़ उठाएं कि जो इससे दो चार है, जो इन मसाइल से नबरदाज़मा है। तो इसके लिए हुकूमत को हर तरफ, हर एंगल से, हर तबके के लिए आसानी पैदा करने की कोशिश करनी चाहिए और ये तमाम काम हुकूमत का है कि वो किस फार्मूले के तहत इन सब पार्टियों को रिलीफ फराहम करती है। तो मज़ीद हम देखते हैं कि सूरत हाल है क्या। किराए ਜਿਹੜੇ ਨੇ ਉਹ ਫੇਰ ਵਧ ਗਏ ਨੇ। ਨਹੀਂ ਸਾਡੇ ਤਾਂ ਨਹੀਂ ਵਧੇ। ਨਹੀਂ ਪੈਟਰੋਲ ਦੇ ਵਜ੍ਹਾ ਦੇ ਨਾਲ ਜਿਹੜਾ ਓਵਰਆਲ ਸੂਰਤ ਹਾਲ ਪੈਦਾ ਹੋਈ ਹੈ, ਤੁਸੀਂ ਉੱਥੇ ਹੀ ਰੱਖੇ ਨੇ। ਫਿਲਹਾਲ ਸਾਡੀ ਆ ਦੇਖੋ ਨਾ, ਹਾਂਜੀ ਹਾਂਜੀ, ਉਹ ਲਿਸਟ ਲੱਗੀ ਹੈ 7/3/2026। ਆਹੋ। 7 ਤਰੀਕ ਤੋਂ ਬਾਅਦ ਅਜੇ ਤੱਕ ਸਾਡਾ ਕੋਈ ਕਿਰਾਇਆ ਨਹੀਂ ਵਧਿਆ। ਇਹਦੇ ਤੋਂ ਪਹਿਲੇ ਲਾਸਟ ਟਾਈਮ ਕਿਦੋਂ ਵਧਿਆ? 7 ਤੋਂ ਪਹਿਲੇ? 7 ਨਹੀਂ ਵਧੇ ਨੇ। ਨਹੀਂ, ਇਹ ਤੋਂ ਪਹਿਲੇ ਤੁਸੀਂ ਕਿਦੋਂ ਵਧਾਏ ਨੇ? ਮੈਂ ਉਹੀ ਪੁੱਛਣ, ਆਫਿਸ ਦੇ ਬੰਦੇ ਨੂੰ ਮੈਂ ਸਰ ਉਹੀ ਕਹਿਣਾ, ਆਫਿਸ ਦਾ ਬੰਦਾ ਕਿੱਥੇ ਮਿਲੇਗਾ ਜਿਹਦੇ ਨਾਲ ਮੈਂ ਡਿਸਕਸ਼ਨ ਕਰ ਸਕਦਾ? ਠੀਕ ਹੈ, ਮੈਨੇਜਮੈਂਟ ਸਾਡੀ ਬੈਠੀ ਹੁੰਦੀ ਹੈ, ਠੀਕ ਹੈ। ਉਹਨਾਂ ਕੋਲ ਚੱਲ ਜਾਣਾ, ਉਹ ਸਾਰਾ ਸ਼ਡਿਊਲ ਉਹਦੀ ਵਜ੍ਹਾ ਕਿ ਇਹ ਜਿਹੜਾ ਰੇਟ ਲਿਸਟ ਲੱਗਾ ਨਾ ਹਕੂਮਤ ਵੱਲੋਂ, ਜਿਹੜਾ ਕੀ ਇਹਦੇ ਤੇ ਤੁਸੀਂ ਅਮਲ ਦਰਾਮਦ ਕਰਨ ਦੇ ਹੋ? ਨਹੀਂ, ਅਸੀਂ ਇਹਦੇ ਤੇ ਅਮਲ ਦਰਾਮਦ ਕਰਾਂਗੇ। ਇਹਦੇ ਤੇ ਹੀ ਅਮਲ ਦਰਾਮਦ ਕਰਨ ਦੇ ਹੋ। ਇਹੋ ਹੀ ਗੱਲ ਕਰਨੀ ਸੀ ਕਿ ਕਿਸ ਹੱਦ ਤੱਕ ਜਿਹੜਾ ਹੈ ਆਵਾਮ ਨੂੰ ਫੈਸਿਲਿਟੇਟ ਹੋ ਰਿਹਾ। ਬੇਸਿਕਲੀ ਸਾਡਾ ਜਿਹੜਾ ਕਿਰਾਏਨਾਮਾ ਹੋਣ ਵਾਲਾ ਹੈ ਨਾ, ਇਹ ਮੇਰੇ ਖਿਆਲ ਸੈਕਟਰੀ ਮੇਬੀ ਕਿ ਆ ਕੇ ਬਣਾ ਕੇ ਗਿਆ ਆਪ। ਉਹਦੇ ਤੋਂ ਬਾਅਦ ਇੱਥੇ ਇਹਨਾਂ ਨੇ ਅਰਿਆਂ ਕੀਤਾ। ਤੁਸੀਂ ਬੈਸਟ ਇਹੀ ਹੈਗਾ ਕਿ ਉੱਥੇ ਇੱਕ ਦਫਾ ਜਾਓ ਆਫਿਸ, ਤੇ ਸਾਰਾ ਸ਼ਡਿਊਲ ਪਿਆ ਹੋਇਆ, ਸਾਰੇ ਉਹ ਸਿਸਟਮ ਪਿਆ ਹੋਇਆ, ਕਦੋਂ ਕਦੋਂ ਕਿੰਨਾ ਕਿੰਨਾ ਵਧਿਆ, ਕੀ ਕੀ ਹੋਇਆ, ਤੁਹਾਨੂੰ ਸਾਰਾ ਮਿਲ ਜਾਏਗਾ, ਕਿਸ ਰੇਸ਼ੋ ਨਾਲ ਵੱਧਦਾ ਹੈ। ਵੈਸੇ ਅਮੂਮੀ ਤੌਰ ਤੇ ਜਨਰਲ ਦੀ ਡਿਸਕਸ਼ਨ ਹੈ, ਕੋਈ ਇਹਦਾ ਨਹੀਂ, ਟੈਕਨੀਕਲ ਨਹੀਂ, ਪ੍ਰੋਗਰਾਮ ਵੀ ਨਹੀਂ ਹੈਗਾ। ਮੈਨੂੰ ਸਿਰਫ ਇਹ ਦੱਸੋ ਕਿ ਆਮ ਤੌਰ ਤੇ ਇੱਕ ਸਾਲ ਦੇ ਅੰਦਰ ਕਿੰਨਾ ਕੁ ਵੱਧ ਜਾਂਦਾ ਕਿਰਾਇਆ? ਸਾਲ ਦਾ ਭਾਵੇਂ ਤੇਲ ਨਾ ਵਧੇ ਤੇ 1% ਵੀ ਨਹੀਂ ਵਧਣਾ। ਠੀਕ ਹੈ। ਵੈਸੇ ਤੁਸੀਂ ਆਪਣੀ ਹੋਸ਼, ਆਪਣੀ ਸੰਭਾਲ 'ਚ ਕੀ ਵੇਖਿਆ ਇੰਨੇ ਅਰਸੇ? ਇਹੀ ਹੈਗਾ, ਜਿਸ ਹਿਸਾਬ ਨਾਲ ਤੇਲ ਵੱਧਦਾ ਉਸ ਹਿਸਾਬ ਨਾਲ ਕਿਰਾਇਆ ਵੱਧ ਜਾਂਦਾ। ਅੱਛਾ, ਤੇ ਇਹਦੇ ਲਈ ਆਵਾਮ ਜਿਹੜੀ ਉਹਦੇ ਤੇ ਮਤਲਬ ਜਦੋਂ ਮਰਜ਼ੀ ਉਹਨੂੰ ਕਾਬੂ ਕਰ ਲਓ, ਜਦੋਂ ਮਰਜ਼ੀ ਉਹਨੂੰ ਢਾਲ ਉਹ ਲਓ। ਇਹਨਾਂ ਵਿਚਾਰਿਆਂ ਨੇ ਥੋੜੀ ਕਰਨਾ ਹੈ। ਹੁਣ ਗੱਡੀਆਂ ਡੀਜ਼ਲ ਪੈਟਰੋਲ ਤੇ ਚੱਲਦੀਆਂ ਨੇ, ਉਹਦੇ 'ਚ ਤੁਹਾਡਾ ਵੀ ਕਸੂਰ ਹੈ ਡੈਫੀਨੇਟਲੀ ਵੀ ਜਦੋਂ ਠੀਕ ਹੈ, transport ਫਿਊਲ ਜਿਹੜੀ- ਵਧਣਾ ਹੈ, ਹਾਂ, ਤੁਹਾਨੂੰ ਪਤਾ ਸਮਾਨ ਮਹਿੰਗੇ ਹੋ ਜਾਂਦੇ ਨੇ, ਤੇਲ ਦਾ ਖਰਚਾ ਅੱਗੇ ਚਲਾ ਜਾਂਦਾ ਹੈ। ਹਾਂ, ਹੁਣ 50 ਰੁਪਏ ਨਾਲ ਇੱਕ ਗੱਡੀ 350 ਲੀਟਰ ਖਾ ਰਹੀ ਹੈ, 50 ਨਾਲ ਦੇਖੋ ਕਿੰਨੇ ਪੈਸੇ ਬਣਦੇ ਨੇ। ਹਾਂ। ਨਹੀਂ, ਇਹਦੇ ਲਈ ਫਿਰ ਜਿਹੜੀ ਅਥਾਰਟੀ ਜਿਹੜੀ ਤੁਹਾਨੂੰ ਉਹਨਾਂ ਨੇ entertain ਜੋ ਕਰਦੀ- ਮਖਸੂਸ ਕੀਤਾ ਹੁੰਦਾ ਉਸ ਹਿਸਾਬ ਨਾਲ ਹੀ ਕਿਰਾਇਆ ਵੱਧਦਾ ਹੈ। ਹਾਂ, ਟਰਾਂਸਪੋਰਟ ਅਥਾਰਟੀ ਹੈ, ਆਰਟੀਏ। ਹਾਂ। ਨਹੀਂ, ਤੇ ਇਹਨਾਂ ਨੇ ਜਿਹੜੀ ਇੱਕ ਹੈਲਪਲਾਈਨ ਵੀ ਬਣਾਈ ਹੈ, ਹਾਂਜੀ, ਉਹਦਾ ਨੰਬਰ ਹੈ ਲਿਖਿਆ ਹੋਇਆ ਹੈ। ਹਾਂ, 70 ਹਾਂ। 70 ਜਿਹੜੀ 1071 ਸੋਰੀ। ਹਾਂਜੀ, ਇਹ ਕਿੰਨਾ ਕੁ ਇਫੈਕਟਿਵ ਹੈਗੀ ਹੈ ਤੇ ਕਾਲ ਕਰੋ ਤੇ ਕਿੰਨਾ ਕੁ ਰਿਸਪੌਂਸ ਆਉਂਦਾ? ਕਰਕੇ ਸਾਰੀ ਦੇਖੀ? ਗੱਲ ਕਰ ਲਓ, ਹਰ ਜਗ੍ਹਾ ਤੇ ਲੱਗਿਆ ਵੈਸੇ ਹੋਇਆ ਤੁਸੀਂ ਹੈ। ਚੈੱਕ ਕੀਤਾ? ਨਹੀਂ, ਮੈਂ ਵੀ ਨਹੀਂ ਚੈੱਕ ਇਹ ਕੀਤਾ। ਸਾਨੂੰ ਕੀ ਜ਼ਰੂਰਤ ਹੈ ਚੈੱਕ ਕਰਨ ਦੀ, ਸਾਨੂੰ ਤਾਂ ਮਸਲਾ ਹੀ ਕੋਈ ਨਹੀਂ। ਨਹੀਂ ਨਹੀਂ, ਅਗਰ ਕਿਸੇ ਕਿਸਮ ਦਾ ਕੋਈ ਮਸਲਾ ਹੁੰਦਾ ਤੇ ਜਦੋਂ ਕੋਈ ਮਸਲਾ ਹੁੰਦਾ ਹੈ ਉਹ ਅਥਾਰਟੀ ਡੀਲ ਕਰਦੀ ਹੈ ਨਾ। ਮੈਂ ਇਸ ਲਈ ਤੁਹਾਨੂੰ ਕਿਹਾ ਸੀ ਕਿ ਉੱਥੇ ਜਾਓ, ਮੈਂ ਉਹਨਾਂ ਇਹ ਕੋਲ ਕਾਲਸ ਆਉਂਦੀਆਂ ਨੇ ਪਿੱਛੋਂ ਦਫ਼ਤਰੋਂ, ਹਾਂ ਹਾਂ ਤੁਹਾਨੂੰ ਦੱਸ ਦੇਣਗੇ ਵੀ ਕਿੰਨਾ ਕਿਤੇ ਤੇ ਅਮਲ ਦਰਾਮਦ ਹੁੰਦਾ, ਕੌਣ ਕੌਣ ਕਾਲ ਕਰਦਾ ਹੈ, ਪਿੱਛੋਂ ਉਹਨਾਂ ਨੂੰ ਅੱਗੋਂ ਕੌਣ ਫਿਰ। नाज़रीन, ये 1071 हेल्पलाइन है, इसके ऊपर हम कॉल करके जानने की कोशिश करते हैं कि ये चल भी रही है या नहीं। नहीं चल नहीं ऐसा नहीं, नहीं चल वो फिर वक्त बिजी हो सकती है, वैसे चलती है ये। अच्छा, चलो ਅਸੀਂ ਇਹੀ ਬਹਾਨਾ ਚਾਹ ਰਹੇ ਸੀ ਕਿ ਕਿੰਨਾ ਕੁ ਕੰਮ ਹੋ ਰਿਹਾ, ਕਿੰਨਾ ਕਿ नहीं। नहीं चलती है ये हेल्पलाइन। अच्छा, चलती है। हाँ, ये कोई साल 2 साल पहले की बात है जब ये नई नई आई अच्छा, है। कि आपके अलावा यहाँ पे जो 5 जो बड़े नाम हैं जो अड्डे के, मतलब स्काईवेज, अब्दुल्ला, न्याजी, इसके अलावा जो साथ छोटे छोटे मैं देख रहा हूँ अड्डे, वो क्या हैं जिनके नाम नहीं है? नहीं, नाम के बगैर तो कोई भी नहीं है। हैं यहाँ पे मतलब प्लॉट है, उसके अंदर जैसे खड़ी हुई कि- गाड़ियाँ
वो तो पार्किंग स्टैंड है ना, पार्किंग में खड़ी हैं गाड़ियाँ, वो ट्रैवलिंग वाली नहीं है। बिठाते हैं, लेके जाते हैं। नहीं 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 वो छोटे जो एपीवी डब्बे टाइप। नहीं, वो कोई शटर वगैरह देते हो किसी जगह की तो कह नहीं सकते, वैसे वहाँ से गाड़ी नहीं चल सकती, गाड़ियाँ अड्डों से चलती हैं। उनको रोकता कौन है? अगर ऐसी शिकायत हो उसको कंट्रोल मुझे नहीं इसका आइडिया था। आप इस चीज़ से ट्रांसपोर्ट से कितनी देर से वाबस्ता है? मैं तो थोड़ा अरसा ही हुआ है मुझे, कोई साल 2 साल कह लें। हाँ, 2 साल हो गए। तो यहाँ पे इस तरह के मसाइल जब आते हैं तो आप किससे रिपोर्ट करते हैं? ये हमें तो कभी ऐसा मसाइल हमें क्यों आएगा, हमें ऐसा मसला नहीं आता। या अगर मुझे आगे भी ये मसला अगर मैं देख रहा हूँ तो मैं किसे तो बताऊँ? ज़रूरत इजाद की माँ होती है, आपको खुद ही पता चल जाएगा किसको बताना है। महकमा ट्रांसपोर्ट एंड मास ट्रांजिट जो हुकूमत पंजाब की तरफ से बनाया गया है वो कितना इफेक्टिवली इसके ऊपर काम कर रहा है। कहाँ उसमें किसी किस्म की कोई बदतमीज़ी होती है, कोई इजाफी किराया वसूल किया जाता है, कोई हैरेसमेंट का केस होता है या फिर ओवर चार्जिंग है, इस तरह के मामलात को एंटरटेन करने के लिए जो हेल्पलाइन है 1071 वो भी मुतारिफ़ करवाई गई है। अब से कुछ देर पहले जब मैं उस पर कॉल कर रहा था तो उससे कोई रिस्पॉन्स खैर नहीं आ रहा था। इट कुड भी पॉसिबल कि अभी वो काम ना कर रही हो, बाद में काम करना शुरू कर दे। लेकिन अगर इस तरह से जो है एक किसी साइल की जो प्रॉब्लम है उसका अजाला होता है, उसको हल किया जाता है तो ये खुशाइंद बात है। लेकिन अगर नहीं होता तो महज इस तरह से इश्तिहारबाजी करने से और सिर्फ हेल्पलाइन लिख के लगा देने से अगर आप किसी की हेल्प कर सकते हैं तो ये कोई खातिर खा और अच्छा इकदाम नहीं है, इसको कंडेम किया जाना चाहिए। और अगर ऐसा है तो मैं कंडेम करता हूँ। तो इसके अलावा नाज़रीन जो सफ़र के अंदर किसी भी किस्म का कोई और मसला किसी मुसाफिर को पेश आता है और मुसाफिर जो हैं अगर ईद के त्यौहार के ऊपर भी अपने घरों पर नहीं जा सकते तो ये एक अलमिया ज़रूर होगा और हुकूमत पंजाब को ख़ासकर इस चीज़ के ऊपर ज़रूर काम करना चाहिए और सोचना चाहिए कि मुसाफिरों की आसानी के लिए जिस हद तक मुमकिन हो सके, ख़ुसूसी तौर पर इन अयाम के अंदर जब रमज़ान शरीफ हो और ईद जैसा त्यौहार हो तो उसके ऊपर ख़ुसूसी तौर पर कोई पैकेज, कोई कैंपेन लॉन्च करके इनको फैसिलिटेट किया जाना चाहिए और इनके लिए आसानी पैदा की जानी चाहिए। मज़ीद हम इसके ऊपर बात करते हैं और देखते हैं कि अवामी रद्द अमल जो है, रिस्पॉन्स इसके ऊपर क्या है, ख़ुसूसी तौर पर ईद के हवाले से।